बिस्मिल्लाहिर्रहमानिर्रहीम। अस्सलाम वालेकुम नाज़रीन, मुअज़्ज़ज़ नाज़रीन इकराम, आप देख रहे हैं यूट्यूब चैनल फार्मिंग टिप्स और मैं हूं आपका मेज़बान फराज़ाबाद से। इस वक्त असलम साहब के भैंसों के फार्म पर मौजूद हूं। माशाल्लाह इनके जानवर देखें, सेहतमंद, खूबसूरत और प्यारे जानवर हैं। असलम साहब 35-40 साल से जानवरों का कारोबार कामयाबी से कर रहे हैं। तो आज की इस वीडियो में इनके फार्म और भैंसों के कारोबार के हवाले से एक तफसीली इंटरव्यू किया जाएगा। वीडियो को मुकम्मल लाजमी देखें, इंशाल्लाह अज़्वजल फ़ायदा ज़रूर होगा। मैं कोशिश करूंगा कि भैंसों के कारोबार के हवाले से जितनी भी मालूमात अहम हैं उनसे आगाही हासिल की जाए। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। अंकल जी की हाल है? है जी। सब तो पहले अपना ते अपने इलाके का नाम दस दियो। अपना इलाका जिला सियालकोट, पिंड झट्टा ते ना की अपना? असलम। असलम साहब तुसी किन्ने साल तो जानवरों का काम करते हो? 40-45 साल तो करने हैं। माशाल्लाह 40 साल का तजर्बा कैसा रहा है? काम में फायदा है कि नुकसान है? नुकसान तो कोई नहीं, फायदा ही सानू तो होया। अच्छा ठीक है। सब तो पहले दसो ਤੁਹਾਡੇ काम ਵਿੱਚ ਕੋਈ ਮਸਲੇ ਮਸਾਇਲ ਵੀ ਹੁੰਦੇ ਨੇ ਤੇ ਕਿਹੜੇ ਹੁੰਦੇ ਨੇ? ਸਾਡੇ ਮਸਲੇ ਆ ਹੀ ਨੇ ਵੀ ਪੱਠਾ ਦਾ ਤਾਂ ਹੁੰਦਾ ਕਦੀ ਘਟ ਗਿਆ ਕਦੀ ਵੱਧ ਗਿਆ। ਹੋਰ ਮਸਲੇ ਤਾਂ ਵੰਡਾ ਪਾਣਾ ਤੇ ਦੁੱਧ ਲੈਣਾ, ਹੋਰ ਕੀ ਕਰਨਾ। ਅੱਛਾ ਲੇਬਰ ਦਾ ਕੋਈ ਮਸਲਾ ਨਹੀਂ? ਨਾ ਲੇਬਰ ਦਾ ਸਾਡਾ ਕੋਈ ਨਹੀਂ, ਅਸੀਂ ਆਪੇ ਹੀ ਆ ਸਾਰੇ। ਮੁਲਾਜ਼ਮ ਕੋਈ ਨਹੀਂ ਰੱਖਿਆ? ਨਹੀਂ ਆਹ ਨਹੀਂ ਰੱਖਿਆ। ਅਗਰ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਹੈ ਖੁਦ ਕਰੇ ਕਿ ਮੁਲਾਜ਼ਮ ਰੱਖੇ? ਮੁਲਾਜ਼ਮ ਰੱਖੇ ਤੇ ਨਾਲ ਬੰਦਾ ਹੋਏ। अच्छा अगर नाल ना होए तो फिर काम नहीं चल सकता? काम चल सकता। ठीक है। लोग कहते हैं मुलाजम टिकते नहीं, ओदी की वजह है? ਉਹਦੀ ਵਜ੍ਹਾ ਇਹ ਹੀ ਹੈ ਨਾ ਵੀ ਬੰਦਾ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਖੁਦ ਮੁਹਾਰ ਹੁੰਦੀ ਹੈ, ਮਾਲਕ ਨਹੀਂ ਨਾਲ ਹੁੰਦਾ ਤੇ ਜਦੋਂ ਮਾਲਕ ਆ ਜੇ ਉਹ ਸੌੜੇ ਪੈ ਜਾਂਦੇ। ठीक है। माशाल्लाह इस टाइम किन्ने जानवर ने ਤੁਹਾਡੇ ਕੋਲ? ਸਾਡੇ ਕੋਲ ਹੈ ਨੇ 20-22। ठीक है। ਕਿਹੜੀ ਨਸਲ ਦੀਆਂ ਮੱਝਾਂ ਜੇ? ਬੂਰਾ ਜੇ, ਕਾੜਾ ਜੇ, ਚੀਚਾ ਵਤਨੀ ਹੈ। ਅੱਛਾ ਇਹ ਜਿਹੜੀ ਮੱਝ ਹੈ ਨਾਲ ਖਲੋਤੀ ਹੈ ਕਿਹੜੀ ਹੈ? ਇਹ ਜਿਹੜੀ ਹੈ ਕਾੜੇ ਦੀ। ਉਹ ਕਾੜੇ ਦੀ ਹੈ? ਹਾਂ ਠੀਕ ਹੈ। ਇਹ ਤੁਹਾਡੇ ਖਿਆਲ ਨਾਲ ਸਭ ਤੋਂ ਚੰਗੀ ਨਸਲ ਮੱਝਾਂ ਦੀ ਕਿਹੜੀ ਹੈ? ਦੋਵੇਂ ਜੂਆਂ ਜਿਹੜੀਆਂ ਨੇ ਕਾੜਾ ਤੇ ਬੂਰਾ। ਅੱਛਾ ਇਹ ਵਾਧੂ ਹੈ। ਅੱਛਾ ਉਹ ਕਾੜਾ ਤੇ ਬੂਰਾ ਵਾਧੂ ਹੈ? ਹਾਂਜੀ। ਇਹ ਨੀਲੀ ਦੀ ਜਿਹੜੀ ਮੱਝ ਹੈ ਉਹ ਨੰਬਰ 1 ਹੈ ਕਿ ਉਹ ਕਾੜੇ ਜਾਂ ਬੁਰੇ ਦੀ ਹੈ? ਕਾੜੇ ਦੀ ਬਹੁਤ ਹੀ ਵਾਨਾ ਹੈ। ਉਹ ਜ਼ਿਆਦਾ ਦੁੱਧ ਦਿੰਦੀ ਹੈ? ਜ਼ਿਆਦਾ ਦਿੰਦੀ। ਉਹ ਕਾੜੇ ਦੀ ਚੰਗੀ ਮੱਝ ਕਿੰਨਾ ਦੁੱਧ ਦਿੰਦੀ ਹੈ? ਚੰਗੀ ਮੱਝ 20-22 ਸੇ ਦੁੱਧ ਪਈ। ਠੀਕ ਹੈ। ਇਹ ਉਹ ਕਾੜੇ ਦੀ ਹੈ? ਆ ਕਾੜੇ ਦੀ। ਠੀਕ ਹੈ। ਇਹ ਕਿੰਨਵੇਂ ਸੂਏ ਜੇ? ਇਹ ਤਰੀਕੇ ਹੋਣੀ ਹੈ। ਤੇ ਕਿੰਨਾ ਦੁੱਧ ਦੇ ਰਹੀ ਹੈ? ਦੁੱਧ ਇਸ ਵੇਲੇ 12-13 ਸੇ 3-4 ਮਹੀਨੇ ਹੋਏ ਨੇ ਸੂਈ। ਮਾਸ਼ਾਅੱਲਾ ਫਿਰ ਵੀ 12-13 ਸਿਰ ਦੁੱਧ ਦੇ। ਹਾਂਜੀ। ਅੱਛਾ ਹੁਣ ਆਮ ਬੰਦੇ ਨੂੰ ਕਿੰਜ ਪਤਾ ਲੱਗੇਗਾ ਕਿ ਆਹ ਕਾੜੇ ਦੀ ਮੱਝ ਹੈ? ਇਹਦੀ ਕੋਈ ਪਹਿਚਾਣ ਤੇ ਦੱਸੋ ਨਾ। ਇਹ ਪਛਾਣ ਇਹਦੀ ਇਹ ਹੁੰਦੀ ਹੈ ਵੀ ਇਹ ਸਿੰਘਾਂ ਤੋਂ ਆ ਕੇ ਹੋਈ ਜਾਂਦੀ ਹੈ। ਅੱਛਾ ਸਿੰਘ ਤੇ ਦੱਸੋ। ਹਾਂ ਸਿੰਘ ਕਿਸ ਕਿਸਮ ਦੇ ਹੁੰਦੇ ਨੇ? ਮੋਖਲੇ ਹੁੰਦੇ ਨੇ ਜਿਹੜਾ ਪਿੱਛੇ ਪੀੜੀ 'ਚ ਹੁੰਦੇ, ਪਿਛਾਂ ਨੂੰ ਹੋਏ ਹੁੰਦੇ ਨੇ। ਅੱਛਾ ਹਾਂ ਠੀਕ ਹੈ। ਹੋਰ ਮੂੰਹ ਕਿਹੋ ਜਿਹਾ ਹੁੰਦਾ? ਮੂੰਹ ਇਹਦਾ ਸੋਹਣਾ ਮੂੰਹ, ਹੋਰ ਕਿੰਨਾ ਕੁ ਹੋਣਾ ਚਾਹੀਦਾ। ਅੱਛਾ ਮੂੰਹ ਛੋਟਾ ਹੈ? ਹਾਂ ਠੀਕ ਹੈ। ਹੋਰ ਇਹਦਾ ਜਿਹੜਾ ਪਿੱਛਾ ਉਹ ਕਿਸ ਕਿਸਮ ਦਾ ਹੁੰਦਾ? ਪਿੱਛਾ ਇਹਦਾ ਭਾਰਾ ਹੁੰਦਾ। ਠੀਕ ਹੈ। ਤੇ ਥਣ ਵੀ ਸੋਹਣੇ ਨੇ। ਠੀਕ ਹੋ ਗਿਆ। ਹਾਂ ਤੁਸੀਂ ਜਾਨਵਰ ਮੰਡੀਆਂ 'ਚ ਖਰੀਦਦੇ ਹੋ ਜਾਂ ਕਿਸੇ ਡੇਰੇ ਜਾਂ ਪਿੰਡਾਂ ਵਿੱਚ ਫਿਰ ਕੇ ਖਰੀਦਦੇ ਹੋ? ਅਸੀਂ ਪਿੰਡਾਂ 'ਚ ਫਿਰ ਕੇ ਚਵਾ ਕੇ ਖਰੀਦਦੇ ਆ, ਹਾਂ ਨਹੀਂ ਕਿਹੜੀ ਮੰਡੀਆਂ 'ਚ। ਅੱਜ ਕੱਲ ਲੋਕਾਂ ਨੇ ਡੇਰੇ ਵੀ ਬਣਾ ਲੈਣੇ ਨਾ, ਉਧਰੋਂ ਮੱਝਾਂ ਲੈ ਕੇ ਆਉਂਦੇ ਨੇ ਇੱਥੇ ਵੇਚਦੇ ਨੇ। ਹਾਂ ਤੇ ਇੱਥੇ ਉਹਨਾਂ ਕੋਲ ਲੈ ਲਈਆਂ ਨੇ ਚਵਾ ਕੇ ਦੋਏ ਟਾਈਮ। ਡੇਰੇ ਤੋਂ ਮੱਝ ਚੰਗੀ ਲੱਭ ਜਾਂਦੀ ਹੈ? ਡੇਰੇ ਤੋਂ ਮੱਝ ਲੈਣੀ 'ਚ ਫਾਇਦਾ। ਅੱਛਾ ਮੱਝ ਖਰੀਦਣ ਤੋਂ ਪਹਿਲੇ ਮੱਝ ਦੀ ਕਿਹੜੀ ਖੂਬੀ ਜਾਂ ਖਸੂਸੀਅਤ ਵੇਖ ਕੇ ਮੱਝ ਲੈਂਦੇ ਹੋ? ਮੱਝ ਦੇ ਵੇਖਦੇ ਆ ਵੀ ਮੱਝ ਮੂੰਹ ਨੂੰ ਹੱਥ ਲਾ ਲੈਣ ਦਿੰਦੀ ਹੈ, ਸੋਹਣੀ ਹੈ, ਸਿੰਘਾਂ ਦੀ ਸੋਹਣੀ ਹੈ, ਵਜੂਦ ਸੋਹਣਾ ਹੈ, ਚਵਾਈ ਸੋਹਣੀ ਹੈ, ਥਣ ਬਹਾਨਾ ਸੋਹਣਾ ਮੱਝ ਦਾ, ਮੱਝ ਲੈ ਲੈਂਦੇ। ਠੀਕ ਹੈ। ਕਿਹੜੇ ਸੂਏ ਵਾਲੀ ਮੱਝ ਬਿਹਤਰ ਰਹਿੰਦੀ ਹੈ? ਮੱਝ ਪਹਿਲੇ ਸੂਏ ਤੋਂ ਲਵੋ ਤੇ ਉਹ ਬਿਹਤਰ ਹੈ। ਅੱਛਾ ਹਾਂਜੀ। ਤੇ ਅੱਜ ਕੱਲ ਮੱਝ ਕਿੰਨੇ ਦੀ ਮਿਲਦੀ ਹੈ ਪਈ? ਅੱਜ ਕੱਲ ਮੱਝ ਮਿਲਦੀ ਹੈ 3 ਲੱਖ ਤੱਕ ਵੀ। ਜਿਹੜੀ 10 ਕਿਲੋ ਮੱਝ ਦੁੱਧ ਦਿੰਦੀ ਉਹ ਕਿੰਨੇ ਦੀ ਮਿਲਦੀ ਹੈ? ਉਹ 2 ਲੱਖ ਦੀ ਮਿਲਦੀ ਹੈ। 2 ਲੱਖ ਦੀ? ਹਾਂਜੀ। ਠੀਕ ਹੈ। ਇਹ ਦੱਸਿਓ ਤੁਸੀਂ ਆਪਣੇ ਜਾਨਵਰਾਂ ਨੂੰ ਰੋਜ਼ਾਨਾ ਖੁਰਾਕ ਦੇ ਵਿੱਚ ਕੀ ਕੀ ਖਿਲਾਉਂਦੇ ਹੋ? ਅਸੀਂ ਪਾਉਂਦੇ ਜੇ ਚੋਕਰ, ਖਲ ਤੇ ਕਰਾ ਤੇ ਕੌੜੀ ਖਲ। ਤੇ ਉਹ ਜਿਹੜਾ ਚਾਰਾ ਹੈ ਸਬਜ਼ ਚਾਰਾ ਖਿਲਾ ਰਹੇ ਹੋ ਤੂੜੀ ਖਿਲਾ ਰਹੇ ਹੋ? ਨਾ ਜੀ ਅਸੀਂ ਜਵਾਰ ਖਵਾ ਰਹੇ ਹਾਂ ਹੁਣ। ਅੱਛਾ ਹਾਂਜੀ ਸਬਜ਼। ਇਹ ਸਭ ਸਿਰਫ ਜਵਾਰ? ਹਾਂਜੀ। ਤੂੜੀ ਨਹੀਂ ਮਿਕਸ ਕਰਦੇ? ਤੂੜੀ ਪਾਉਂਦੇ ਹਾਂ, ਗਤਾਵਾ ਪਾਉਂਦੇ ਹਾਂ ਇਸ ਵੇਲੇ। ਤੇ ਪੂਰੀ ਰੂਟੀਨ ਦੱਸੋ ਨਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਦੱਸੋ। ਪਿਛਲੇ ਟਾਈਮ ਮਤਲਬ ਜਿਹਨੂੰ ਪਾਣਾ ਪਾਣੀ ਮਾਜਣੀ ਜਵਾਰ, ਪਹਿਲੇ ਟਾਈਮ ਸਰਗੀ ਗਤਾਵਾ ਕਰਨਾ ਕੌੜੀ ਖਲ ਦਾ। ਕੋੜੀ ਖਲ ਦਾ? ਹਾਂ। ਤੇ ਤੂੜੀ ਕਿੰਨੀ ਪਾਉਂਦੇ ਹੋ ਸਵੇਰ? ਤੂੜੀ ਸਵੇਰ ਪਾਉਂਦੇ ਇਹਨਾਂ ਨੂੰ ਕੋਈ 6-7 ਡੰਗਰਾਂ ਨੂੰ ਪਾਉਂਦੇ ਮਣਕ ਤੂੜੀ।
6-7 ਜਾਨਵਰਾਂ ਨੂੰ ਹਾਂ। ਤੇ ਜਵਾਰ ਕਿੰਨੇ ਖਾਂਦੇ ਨੇ ਆ? ਜਵਾਰ ਖਾ ਹਟਦੇ ਨੇ, ਰੇੜਾ ਡੰਗਰ ਖਾ ਹਟਦੇ ਨੇ ਇਸ ਵੇਲੇ। ਰੇੜਾ ਕਿੰਨਾ ਕੁ ਵੱਡਿਆ ਹੁੰਦਾ, ਕਿੰਨੇ ਮਰਲੇ? 20-22 ਮਣ ਪੱਠੇ ਹੁੰਦੇ ਨੇ। 20-22 ਮਣ? ਹਾਂਜੀ। ਕਿੰਨੇ ਜਾਨਵਰ 20-22 ਮਣ ਖਾਈ ਜਾਂਦੇ ਨੇ? 20-22 ਮਣ ਜਾਂ ਪੱਠੇ 20 ਡੰਗਰ ਖਾਈ ਜਾਂਦੇ ਨੇ। ਅੱਛਾ, ਯਾਨੀ ਇੱਕ ਜਾਨਵਰ 1 ਮਣ ਪੱਠੇ ਖਾਈ ਜਾਂਦਾ ਹੈ। ਹਾਂਜੀ, ਆ ਹੁਣ ਜਵਾਰ ਠੀਕ ਹੈ। ਡਾਡੀ ਹੁਣ ਖਾਈ ਜਾਂਦੇ ਨੇ। ਤੇ ਰੋਜ਼ਾਨਾ ਦਾ ਇੱਕ ਜਾਨਵਰ ਨੂੰ ਕਿੰਨਾ ਵੰਡਾ ਖਿਲਾਉਂਦੇ ਹੋ? ਵੰਡਾ ਹੀ ਪਾਉਂਦੇ ਜੇ 6-7 ਸਿਰ ਦੋਵਾਂ ਟਾਈਮਾਂ ਦਾ। ਦੋਵਾਂ ਟਾਈਮਾਂ ਦਾ? ਹਾਂਜੀ, ਇੱਕ ਡੰਗਰ। ਵੰਡਾ ਇੰਨਾ ਜ਼ਿਆਦਾ ਤੁਸੀਂ ਖਿਲਾਉਂਦੇ ਹੋ? ਲੋਕ 2-3 ਕਿਲੋ ਖਿਲਾਉਂਦੇ ਨੇ। ਨਹੀਂ, ਇਹ ਵਿੱਚ ਪੱਠੇ ਪੁੱਠਿਆਂ ਵਾਸਤੇ ਉੱਤੇ ਸੁੱਟ ਹੜੀਦਾ ਨੇ ਪਈਆਂ ਖਾਣ। ਠੀਕ ਹੈ। ਹਾਂ। ਵੰਡਾ ਸਿਰਫ ਦੁੱਧ ਦੇਣ ਵਾਲੇ ਜਾਨਵਰਾਂ ਨੂੰ ਖਿਲਾਉਣਾ ਚਾਹੀਦਾ ਜਾਂ ਸਾਰੇ ਜਾਨਵਰਾਂ ਨੂੰ? ਅਸੀਂ ਤਾਂ ਸਾਰਿਆਂ ਨੂੰ ਪਾਈ ਹੁੰਦੇ। ਅੱਛਾ, ਜਿਹੜੇ ਦੁੱਧ ਨਹੀਂ ਦਿੰਦੇ ਉਹਨਾਂ ਦਾ ਕੀ ਫਾਇਦਾ ਹੁੰਦਾ ਹੈ? ਉਹਨਾਂ ਦਾ ਉਹ ਜਾਨ ਬਣਦੀ ਹੈ, ਤਗੜੇ ਹੁੰਦੇ ਨੇ, ਸੋਹਣੇ ਲੱਗਦੇ ਨੇ। ਉਹ ਫਿਰ ਖਰਚਾ ਜ਼ਿਆਦਾ ਨਹੀਂ ਹੁੰਦਾ ਉਹਨਾਂ ਤੇ? ਵਿਆਹ ਇਹਨਾਂ ਦੀ ਆਪਣਾ ਹੀ ਕਰਨਾ ਨੇ ਨਾ। ਅੱਛਾ, ਹਾਂ, ਠੀਕ ਹੈ। ਤੇ ਜ਼ਮੀਨ ਤੁਹਾਡੀ ਆਪਣੀ ਹੈ? ਜਿਵੇਂ ਆਪਣੀ। 20 ਜਾਨਵਰਾਂ ਵਾਸਤੇ ਤੁਸੀਂ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਨੇ? ਕੋਈ 12-13 ਕਿੱਲੇ ਜਵਾਰ ਹੈ। ਅੱਛਾ, ਮੁੱਲ ਤੇ ਨਹੀਂ ਲੈਣੇ ਪੈਂਦੇ? ਮੁੱਲ ਵੀ ਵਿੱਚ ਲੈਣੇ ਪੈਂਦੇ ਨੇ, ਘਟ ਜਾਣ ਤੇ। ਠੀਕ ਹੈ। ਰੋਜ਼ਾਨਾ ਦਾ ਇੱਕ ਜਾਨਵਰ ਤੇ ਕਿੰਨਾ ਖਰਚਾ ਆ ਜਾਂਦਾ ਜੇ? ਰੋਜ਼ਾਨਾ ਦਾ ਇੱਕ ਜਾਨਵਰ ਤੇ ਖਰਚਾ ਸਾਰਾ ਪੱਠੇ ਦੱਥਾ ਪਾ ਕੇ 600-700 ਆ ਜਾਂਦਾ ਇੱਕ ਜਾਨਵਰ ਤੇ? ਹਾਂਜੀ। ਜਿਹੜੇ ਜਾਨਵਰ ਤੇ ਤੁਸੀਂ 600-700 ਖਰਚਾ ਕਰਦੇ ਹੋ, ਤੁਹਾਨੂੰ ਦਿੰਦਾ ਕੀ ਹੈ? ਇੰਨੀ ਮਿਹਨਤ ਵੀ ਕਰਦੇ ਹੋ, ਨਾ ਖਰਚਾ ਵੀ ਹੈ, ਕੋਈ ਬਚਤ ਵੀ ਹੁੰਦੀ ਹੈ ਕਿ ਨਹੀਂ? ਸਾਨੂੰ ਬਚਤ ਇਹੀ ਹੈ ਤੇ ਆਪੀ ਦੁੱਧ ਪੀ ਲਈਦਾ। ਅੱਛਾ, ਇਹ ਆਪਣਾ ਖਰਚਾ ਪੈ ਟੋਰਦੇ ਨੇ, ਵੰਡਾ ਟੋਰਦੇ ਨੇ, ਵਿੱਚੋਂ ਤੇਲ ਤੁੰਬਾ ਬਚਾ ਗਈਆਂ। ਅੱਛਾ। ਹਾਂ। ਤੇ ਜਿਹੜੇ ਇਹਨਾਂ ਦੇ ਬੱਚੇ ਨੇ ਉਹ ਵੀ ਕੋਈ ਫਾਇਦਾ ਦੇ ਜਾਂਦੇ ਜੀ ਕਿ ਨਹੀਂ? ਇਹਨਾਂ ਦੇ ਜਵਾਨ ਹੁੰਦੇ ਨੇ, ਉਹ ਵੀ ਤਾਂ ਕਿਸੇ ਪਾਸੇ ਲੱਗ ਜਾਂਦੇ। ਤੇ ਬੱਚੇ ਪਾਲਦੇ ਹੋ ਕਿ ਛੋਟੀ ਉਮਰ 'ਚ ਹੀ ਵੇਚ ਛੱਡਦੇ ਹੋ? ਕਈ ਵੇਚ ਛੱਡਨੇ, ਕਈ ਪਾਲ ਲਈਦੇ। ਉਹ ਕੀ ਵਜ੍ਹਾ? ਕਈ ਵੇਚ ਛੱਡਦੇ ਹੋ, ਕਈ ਪਾਲ ਉਹ ਲੈਂਦੇ ਹੋ? ਕੋਝਾ ਜਿਹੜਾ ਹੋਏ ਉਹ ਵੇਚ ਛੜੀਦਾ। ਅੱਛਾ। ਪਲ ਜਿਹੜਾ ਸੋਹਣਾ ਹੋਏ ਰਹਿ ਰਿਹਾ। ਅੱਛਾ, ਸੋਹਣੇ ਜਾਨਵਰ ਰੱਖ ਲੈਂਦੇ ਹੋ। ਹਾਂ। ਠੀਕ ਹੈ, ਬੜੀ ਗੁਰ ਦੀ ਗੱਲ ਦੱਸੀ ਜੇ, ਸੋਹਣੇ ਜਾਨਵਰ ਰੱਖਦੇ ਹੋ ਹੈ। ਹਾਂ। ਠੀਕ ਹੋ ਗਿਆ। ਅਗਰ ਕੋਈ ਬੰਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤੇ ਸਜਰੀਆਂ ਸੂਈਆਂ ਮੱਝਾਂ ਲੈ, ਫੰਡਰ ਲੈ ਜਾਂ ਝੋਟੀਆਂ ਲੈ ਕੇ ਸ਼ੁਰੂ ਕਰੇ? ਝੋਟੀਆਂ ਸਜਰੀਆਂ ਲੈ ਤੇ ਤਾਂ। ਉਹ ਠੀਕ ਹੈ। ਹਾਂਜੀ। ਠੀਕ ਹੈ। ਜ਼ਿਆਦਾ ਫਾਇਦਾ ਮੱਝਾਂ ਦੇ ਕੰਮ 'ਚ ਵੀ ਜਾਂ ਗਾਵਾਂ ਦੇ ਕੰਮ 'ਚ ਵੀ? ਮਈਆਂ ਦੇ ਕੰਮ 'ਚ। ਗਾਵਾਂ ਦਾ ਦੁੱਧ ਹੀ ਨਹੀਂ ਵਿਕਦਾ ਨੇਰਾ ਤੇ। ਗਾਈਆਂ ਦੇ ਜਾਤ ਤੇ ਜਲਦੀ ਜਵਾਨ ਹੁੰਦੇ ਨੇ ਨਾ। ਜਾ ਜੋ ਹੁੰਦੇ ਇਹਨਾਂ ਨੇਰਾ ਜਾਵਾਂ ਦਾ ਹੀ ਫਾਇਦਾ ਹੁੰਦਾ ਨਾ, ਦੁੱਧ ਦਾ ਨਹੀਂ ਹੁੰਦਾ। ਤੇ ਮੱਝ ਦੇ ਦੁੱਧ ਦਾ ਕੀ ਰੇਟ ਹੈ ਅੱਜ ਕੱਲ? ਮੱਝ ਦੇ ਦੁੱਧ ਦਾ ਰੇਟ ਸਾਡੇ ਇੱਥੇ 85 ਰੁਪਏ। ਇਹ ਦੁੱਧ ਹੀ ਨੂੰ ਦਿੰਦੇ ਹੋ? ਹਾਂਜੀ। ਤੇ ਘਰਾਂ ਵਾਲਿਆਂ ਨੂੰ ਕਿਉਂ ਨਹੀਂ ਦਿੰਦੇ? ਘਰਾਂ ਵਾਲਿਆਂ ਨੂੰ ਵੀ ਦੇਈਦਾ, ਜਿਹੜਾ ਘਰਾਂ 'ਚ ਲੱਗਾ ਉਹ 90 ਦੁੱਧ ਹੀ ਤੇ ਰੇਟ ਘੱਟ ਦਿੰਦੇ ਨਾ। ਤੁਸੀਂ ਇੰਨੀ ਮਿਹਨਤ ਕਰਦੇ ਹੋ ਤੇ ਬਾਅਦ ਚ ਦੁੱਧ ਤੁਸੀਂ ਦੁੱਧ ਹੀ ਨੂੰ ਦੇ ਹਟਦੇ ਹੋ। ਆ ਤੇ ਉਹ ਦੁੱਧ ਹੀ ਨੂੰ ਫਿਰ ਦਈਏ ਨਾ, ਤੇ ਕੀ ਕਰੀਏ, ਆਪੀ ਨਹੀਂ ਅਸੀਂ ਪੁੱਜ ਪੈਂਦੇ ਨਾ ਇਹ। ਅੱਛਾ, ਯਾਨੀ ਕਿ ਟਾਈਮ ਦੀ ਬਚਤ ਕਰਦੇ ਹੋ। ਹਾਂ। ਠੀਕ ਹੋ ਗਿਆ। ਮਾਸ਼ਾਅੱਲਾ, ਤੁਸੀਂ 35-40 ਸਾਲ ਤੋਂ ਕੰਮ ਕਰਦੇ ਹੋ ਪਏ? ਹਾਂਜੀ। ਇਹ ਦੱਸੋ ਕਿ 35-40 ਸਾਲ ਦੇ ਅਰਸੇ ਵਿੱਚ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਆਈ ਹੈ? ਬਿਮਾਰੀ ਬਹੁਤੀ ਆਉਂਦੀ ਹੈ ਇਹਨਾਂ ਨੂੰ, ਗੁਰਗੋਟੂ ਵੀ ਆ ਜਾਂਦੀ ਹੈ ਅੱਛਾ। ਤੇ ਬਾਈਬਾਦੀ ਹੋ ਜਾਂਦੀ ਹੈ। ਗਲਗੋਟੂ ਤੇ ਬਾਈਬਾਦੀ ਦਾ ਕੋਈ ਦੇਸੀ ਇਲਾਜ ਦੱਸੋ। ਗੁਰਗੋਟੂ ਦਾ ਤਾਂ ਇਲਾਜ ਕੋਈ ਨਹੀਂ। ਤੇ ਬਾਈਬਾਦੀ ਦਾ? ਬਾਈਬਾਦੀ ਦਾ ਇਹ ਹੀ ਹੈ, ਲੂਣ ਮਿਰਚ ਦੇਣੀ ਹੈ। ਅੱਛਾ, ਕਿਹੜੀ ਲੂਣ ਕਿਹੜਾ ਮਿਰਚ ਦੇਣਾ, ਕੋਈ ਦੱਸੋ ਨਾ, ਤਫਸੀਲ ਜੀ ਦੱਸੋ। ਦਾਦੜ ਮਿਰਚਾਂ ਦੇਣੀਆਂ ਨੇ, ਵਿੱਚ ਲੂਣ ਪਾਣਾ ਜੀ, ਤੇ ਉਹ ਦੇਣੀਆਂ ਨੇ। ਠੀਕ ਹੈ। ਹਾਂ। ਅਗਰ ਕਿਸੇ ਜਾਨਵਰ ਨੂੰ ਚੰਦਰੀ ਪਾਈਏ ਜਾਂ ਸਾੜੂ ਹੋਈਏ, ਉਹਦਾ ਕੋਈ ਦੇਸੀ ਟੋਟਕਾ ਦੱਸੋ। ਉਹਦਾ ਅਸੀਂ ਤੇ ਟੀਕੇ ਲਾਉਂਦੇ ਜੇ। ਦੇਸੀ ਇਲਾਜ ਕੋਈ ਨਹੀਂ ਕਰਦੇ? ਦੇਸੀ ਅਸੀਂ ਨਹੀਂ ਕਰਦੇ। ਅੱਛਾ, ਟੀਕੇ ਲਾਉਂਦੇ ਹੋ? ਟੀਕੇ ਲਾਉਂਦੇ। ਸੂਣ ਵਾਲੀ ਮੱਝ ਨੂੰ ਕੋਈ ਘਿਓ ਜਾਂ ਤੇਲ ਵਗੈਰਾ ਵੀ ਦਿੰਦੇ ਹੋ? ਦਿੰਦੇ ਆ, ਘਿਓ ਦਿੰਦੇ ਆ। ਘਿਓ ਸਰਦੀਆਂ 'ਚ ਜਾਂ ਗਰਮੀਆਂ 'ਚ? ਗਰਮੀਆਂ 'ਚ ਵੀ ਤੇ ਸਰਦੀਆਂ 'ਚ ਵੀ। ਕੁਝ ਲੋਕ ਕਹਿੰਦੇ ਨੇ ਕਿ ਗਰਮੀ 'ਚ ਤੇਲ ਦੇਣਾ ਚਾਹੀਦਾ। ਨਹੀਂ, ਅਸੀਂ ਘਿਓ ਦਿੰਦੇ ਆ ਸੂਣ ਵਾਲੀ ਮੱਝ। ਦੇਸੀ ਘਿਓ? ਸੂਣ ਤੋਂ ਪਹਿਲੇ ਕਿੰਨੇ ਕਿਲੋ ਘਿਓ ਦੇ ਹਟਦੇ ਹੋ? ਅਸੀਂ ਦੇਹੜਨੇ 2 ਕਿਲੋ ਪੁੱਜ ਪਏ ਤਾਂ, ਜੇ 3 ਕਿਲੋ ਪਏ ਤਾਂ, ਜੇ 5 ਕਿਲੋ ਪਏ ਤਾਂ ਵੀ ਦੇਹੜੀ ਦਾ। ਜਿਹੜੀ ਮੱਝ ਜੱਟਾਂ ਨਹੀਂ ਸੁੱਟਦੀ, ਉਹਦਾ ਕੋਈ ਦੇਸੀ ਹੱਲ? ਉਹਦਾ ਹੱਲ ਗੰਢੇ ਮਿੱਠੇ। ਅੱਛਾ। ਹਾਂਜੀ। ਕਿੰਨੇ ਦਿਨ ਦੇਣੇ ਨੇ, ਕਿੰਜ ਦੇਣੇ ਨੇ? ਕੱਲੇ ਗੰਢੇ ਦੇਣੇ ਨੇ? ਨਿਰੇ ਗੰਢੇ ਸਬੂਤੇ ਸੁਣਨੇ ਨੇ, ਮਈਆਂ ਖਾ ਹਟਣੇ। ਅੱਛਾ। ਹਾਂ। ਠੀਕ ਹੈ। ਜਿੰਨੇ ਠੀਕ ਹੈ। ਮਰਜੀ ਪਏ ਦਿਓ ਨੇ, ਉਹਨਾਂ ਦਾ ਨੁਕਸਾਨ ਕੋਈ ਨਹੀਂ। ਮਾਸ਼ਾਅੱਲਾ, ਤੁਹਾਡੇ ਕੋਲ 20 ਜਾਨਵਰ ਨੇ। ਜਿਹੜੀ ਸਭ ਤੋਂ ਚੰਗੀ ਮੱਝ ਕਿੰਨਾ ਦੁੱਧ ਦੇ ਰਹੀ ਹੈ ਰੋਜ਼ਾਨਾ ਦਾ? ਸਭ ਤੋਂ ਚੰਗੀ ਮੱਝ ਦੁੱਧ ਜਿਹੜੀ ਹੈ ਨਾ, ਉਹ ਦੁੱਧ ਦੇ ਰਹੀ ਹੈ 16-17। 16-17? ਹਾਂ। ਮਾਸ਼ਾਅੱਲਾ। ਲੋਕ ਕਹਿੰਦੇ ਨੇ ਮੱਝਾਂ 20-20, 25-25 ਕਿਲੋ ਦੁੱਧ ਵੀ ਦਿੰਦੀਆਂ ਨੇ। ਹਾਂਜੀ। ਉਹ ਬਸ ਜ਼ਬਾਨੀ ਕਲਾਮੀ ਕਹਿ ਹਟਦੇ ਨੇ ਕਿ ਕੋਈ ਮੱਝਾਂ ਚੰਗੀਆਂ 20-25 ਕਿਲੋ ਵਾਲੀਆਂ ਵੀ ਹੁੰਦੀਆਂ ਨੇ। 50-60 ਚੋਂ ਇੱਕ ਹੁੰਦੀ ਹੈ ਜਿਹੜੀ ਦੇ ਜਾਂਦੀ ਹੈ 20-25 ਕਿਲੋ। ਹਾਂ, ਨਹੀਂ ਤਾਂ 20 ਤੋਂ ਕੋਈ ਵੀ ਨਹੀਂ ਟੱਪਦੀ। ਅੱਛਾ। ਇਹ ਐਵੇਂ ਲੋਕ ਪੇ ਕਰਦੇ ਨੇ, ਪੇ ਇੰਨੇ ਕਰ ਗਈ ਹੈ। ਠੀਕ ਹੈ। ਹਾਂ, ਐਵੇਂ ਪੇ ਮਾਰਦੇ ਨੇ। ਐਵੇਂ ਪੇ ਮਾਰਦੇ ਨੇ, ਪਿਆ ਭਾਈ ਮੇਰੀ 25 ਕਿਲੋ ਕਰਦੀ ਹੈ। ਠੀਕ ਹੈ। ਠੀਕ ਹੋ ਗਿਆ। ਅੱਛਾ, ਇਹ ਦੱਸੋ ਅਗਰ ਕੋਈ ਬੰਦਾ ਕੰਮ ਸ਼ੁਰੂ ਕਰਨਾ ਚਾਹੁੰਦਾ, ਤੁਸੀਂ ਉਹਨੂੰ ਕੀ ਮਸ਼ਵਰਾ ਦੋਗੇ? ਅਸੀਂ ਤੇ ਇਹ ਦਿਆਂ ਨੇ ਪਹਿਲਾਂ ਨਾ ਝੋਟੀਆਂ ਪਾ ਸੂਈਆਂ ਸਚਰੀਆਂ ਤੇ ਆਪਣਾ ਕਾਰੋਬਾਰ ਕਰ। ਠੀਕ ਹੈ। ਹਾਂ। ਸੂਈਆਂ ਸਜੀਆਂ ਲੈ ਹਾਂ। ਤੇ ਮੁਲਾਜ਼ਮ ਰੱਖੇ ਕਿ ਆਪੀ ਕਰੇ? ਮੁਲਾਜ਼ਮ ਵੀ ਰੱਖੇ ਤੇ ਆਪੀ ਨਾਲ ਰਹੇ।
ठीक है। ਆਪੀ ਨਾਲ ਪਤਾ ਹੋਏ ਉਹ ਵੀ ਮੈਂ ਫਲਾਣੇ ਡੰਗਰ ਨੇ ਮਤਲਬ ਇਹਨੂੰ ਇਹ ਨੁਕਸ ਹੋਇਆ, ਇਹਨੇ ਪੱਠੇ ਕਿਉਂ ਨਹੀਂ ਖਾਦੇ, ਇਹਨੇ ਮਿਲਿਆ ਕਿਉਂ ਨਹੀਂ, ਕੀ ਗੱਲ, ਇਹਨੂੰ ਕੀ ਸਬਬ ਬਣੇ ਆ। ਮਾਲਕ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ। ਠੀਕ ਹੈ। ਹਾਂ, ਜਿਹੜੀ ਸੂਣ ਵਾਲੀ ਮੱਝ ਹੈ ਉਹਦੀ ਕੋਈ ਇਹਤਿਆਤ ਵੀ ਕਰਦੇ ਹੋ ਕਿ ਬੱਚਾ ਜ਼ਾਇਆ ਨਾ ਹੋਏ? ਤੇ ਆ ਤੇ ਅਸੀਂ ਤਾਂ ਇੱਥੇ ਕੋਈ ਨਹੀਂ ਕਰਦੇ। ਅੱਛਾ, ਅੱਲਾ ਨਾ ਕਰੇ ਕਿ ਉੱਚੀ ਨੀਵੀਂ ਜਗ੍ਹਾ ਤੇ ਹੋਈਏ, ਬੱਚਾ ਸਿੱਧਾ ਪੁੱਠਾ ਹੋਈਏ, ਕੋਈ ਇਹਤਿਆਤ ਨਹੀਂ ਕਰਦੇ? ਵਾਰਸ ਨੇ ਕੋਈ ਇੱਥੇ ਹਾਰੀਆਂ ਨਹਿਰੇ ਵੀ ਸਾਡੀਆਂ ਵੜ ਰਹੀਆਂ ਰਹਿੰਦੀਆਂ ਨੇ, ਸਾਨੂੰ ਤਾਂ ਕੋਈ ਨਹੀਂ ਇੰਨਾ ਕਹਾਂ ਸੂਣ ਵਾਲੀ ਮੱਝ ਦਾ। ਉਹ ਸਾਡੀ ਮੱਝ ਅਗਰ ਰਾਤੀ ਸੂਈ ਹੈ, ਕੱਲ ਸਵੇਰੇ ਨਹਿਰ ਨੂੰ ਨਿਕਲ ਕੇ ਆਈ ਰਾਤੀ। ਠੀਕ ਹੈ। ਹਾਂ, ਅੱਲਾ ਦੀ ਸਪੁਰਦ ਕੀਤਾ ਅੱਲਾ ਦੀ ਸਪੁਰਦ ਇੱਥੇ ਵੇ। ਠੀਕ ਹੈ ਜੀ ਅੰਕਲ ਜੀ, ਬਹੁਤ ਸ਼ੁਕਰੀਆ, ਤੁਸੀਂ ਬੜੀਆਂ ਅੱਛੀਆਂ ਤੇ ਅਹਿਮ ਗੱਲਾਂ ਦੱਸੀਆਂ ਨੇ। ਅੱਲਾ ਹਾਫਿਜ਼।